युववाणी ਦੇ ਅਨਿੱਖੜਵੇਂ ਅੰਗ ਕੈਂਪਸ ਦੇ ਵਿੱਚ ਮੈਂ ਵਿਪਨ ਸੁਮਨ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਇਸਤਕਬਾਲ ਕਰਦਾ। ਕੋਰੋਨਾ ਦੀ ਬਿਮਾਰੀ ਤੋਂ ਬਾਅਦ ਇੱਕ ਲੰਬਾ ਸਮਾਂ ਪੈ ਗਿਆ ਅਤੇ ਕੈਂਪਸ ਤੋਂ ਦੂਰੀ ਬਣ ਗਈ, ਲੇਕਿਨ ਇਹ ਦੂਰੀ ਹੁਣ ਖਤਮ ਹੋ ਗਈ ਹੈ ਤੇ ਇਸ ਵਾਰ ਦਾ ਕੈਂਪਸ ਹੋਇਆ ਹੈ ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਜਲੰਧਰ ਵਿਖੇ, ਜਿੱਥੇ ਆਜ਼ਾਦੀ ਦੇ ਅੰਮ੍ਰਿਤ ਮਹਾ ਉਤਸਵ ਦੇ ਤਹਿਤ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਵਿਦਿਆਰਥੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਆਓ ਜੀ ਸੁਣਦੇ ਹਾਂ ਉਹਨਾਂ ਵਿਦਿਆਰਥੀਆਂ ਦੇ ਵਿਚਾਰ। ਪ੍ਰਿੰਸੀਪਲ ਮੈਮ ਦੀ ਮਨਜ਼ੂਰੀ ਲੈਂਦੇ ਹੋਏ ਅਤੇ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਦੇ ਪ੍ਰੋਗਰਾਮ ਦਾ ਮੁੱਖ ਵਿਸ਼ਾ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ, ਜਿਸ ਨੂੰ ਭਾਰਤ ਸਰਕਾਰ ਨੇ 12 ਮਾਰਚ 2021 ਵਿੱਚ ਸ਼ੁਰੂ ਕੀਤਾ ਸੀ, ਜਿਸ ਵਿੱਚ ਵੱਖ-ਵੱਖ ਪ੍ਰਤੀਯੋਗਿਤਾਵਾਂ ਜਿਵੇਂ ਕਿ ਦੇਸ਼ ਭਗਤੀ ਗੀਤ, ਕਵਿਤਾਵਾਂ, ਵਾਦ-ਵਿਵਾਦ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਵਿੱਚ ਕਾਲਜ ਦੇ ਯੁਵਾ ਵਿਦਿਆਰਥੀਆਂ ਦਾ ਰੁਝਾਅ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਹੀ ਜੋਸ਼ ਕਾਇਮ ਰੱਖਦੇ ਹੋਏ ਸਾਡੇ ਗਵਰਨਮੈਂਟ ਕਾਲਜ ਦੇ ਵਿਦਿਆਰਥੀ ਦਿੱਤੇ ਗਏ ਵਿਸ਼ਿਆਂ ਉੱਤੇ ਆਪਣੇ ਵਿਚਾਰ ਪੇਸ਼ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਹੁਣ ਮੈਂ B.Ed ਸਮੈਸਟਰ 2 ਦੀ ਵਿਦਿਆਰਥਣ ਰਵਨੀਤ ਨੂੰ ਸਟੇਜ ਉੱਤੇ ਆਉਣ ਦਾ ਸੱਦਾ ਦਿੰਦੀ ਹਾਂ। ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਜਾਵੇ ਰਵਨੀਤ ਦਾ। ਮੇਰਾ ਨਾਮ ਹੈ ਰਵਨੀਤ ਅਤੇ ਅੱਜ ਮੈਂ ਆਪ ਸਭ ਦੇ ਸਾਹਮਣੇ ਮੇਰੇ ਸੁਪਨਿਆਂ ਦਾ ਭਾਰਤ ਪੇਸ਼ ਕਰਾਂਗੀ। ਮੇਰੇ ਸੁਪਨਿਆਂ ਦਾ ਭਾਰਤ ਉਹ ਹੋਵੇਗਾ ਜਿੱਥੇ ਸੜਕ ਤੇ ਤੁਰੀ ਜਾਂਦੀ ਇੱਕ ਔਰਤ ਸੁਰੱਖਿਅਤ ਮਹਿਸੂਸ ਕਰੇ। ਮੇਰੇ ਸੁਪਨਿਆਂ ਦਾ ਭਾਰਤ ਉਹ ਹੋਵੇਗਾ ਜਿੱਥੇ ਇੱਕ ਔਰਤ ਨੂੰ ਮਰਦ ਤੋਂ ਡਰ ਨਾ ਲੱਗੇ। ਮੇਰੇ ਸੁਪਨਿਆਂ ਦਾ ਭਾਰਤ ਉਹ ਹੋਵੇਗਾ ਜਿੱਥੇ ਸੜਕ ਤੇ ਜਾਂਦੀ ਔਰਤ ਸਾਹਮਣਿਓਂ 4 ਬੰਦਿਆਂ ਨੂੰ ਆਉਂਦਿਆਂ ਵੇਖ ਕੇ ਆਪਣਾ ਰਸਤਾ ਨਾ ਮੋੜ ਲਵੇ। ਮੇਰੇ ਸੁਪਨਿਆਂ ਦਾ ਭਾਰਤ ਉਹ ਹੋਵੇਗਾ ਜਿੱਥੇ ਸਾਡੀਆਂ ਧੀਆਂ ਭੈਣਾਂ ਸਿਰ ਝੁਕਾ ਕੇ ਨਹੀਂ, ਸਿਰ ਉਠਾ ਕੇ ਚੱਲਣਗੀਆਂ। ਅਸੀਂ ਉਸ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਅੱਜ ਦੀ ਔਰਤ ਨੂੰ ਆਜ਼ਾਦੀ ਦਿਵਾਉਣ ਦੀਆਂ ਗੱਲਾਂ ਤਾਂ ਕੀਤੀਆਂ ਜਾਂਦੀਆਂ ਨੇ, ਪਰ ਉਸ ਨੂੰ ਘਰੋਂ ਬਾਹਰ ਨਿਕਲਣ ਲਈ ਵੀ ਆਗਿਆ ਲੈਣੀ ਪੈਂਦੀ ਹੈ। ਜਿੱਥੇ ਇੱਕ ਬੱਚੀ ਨੂੰ ਵਿੱਦਿਆ ਦੀ ਪ੍ਰਾਪਤੀ ਲਈ ਆਪਣੀ ਮਾਤਾ ਪਿਤਾ ਦੇ ਤਰਲੇ ਕਰਨੇ ਪੈਂਦੇ ਨੇ। ਬੜੀ ਸ਼ਰਮਨਾਕ ਗੱਲ ਹੈ ਕਿ ਅਸੀਂ ਉਸ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਗੁੰਡਿਆਂ ਦੇ ਡਰ ਖੁਣੋਂ ਧੀਆਂ ਨੂੰ ਪੜ੍ਹਨੋਂ ਹਟਾ ਲਿਆ ਜਾਂਦਾ ਹੈ। ਅਸੀਂ ਉਸ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਜੇਕਰ ਧੀ ਪੜ੍ਹ ਵੀ ਜਾਏ ਤਾਂ ਉਸ ਨੂੰ ਨੌਕਰੀ ਨਹੀਂ ਕਰਨ ਦਿੱਤੀ ਜਾਂਦੀ। ਇਸ ਧਾਰਨਾ ਨੂੰ ਖਤਮ ਕਰਨਾ ਚਾਹੀਦਾ ਹੈ। ਆਖਿਰਕਾਰ ਕਦੋਂ ਤੱਕ ਗੈਰ ਸਮਾਜਿਕ ਅੰਸਰਾਂ ਕਾਰਨ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਘਰਾਂ ਦੇ ਦਰਵਾਜ਼ਿਆਂ ਵਿੱਚ ਬੰਦ ਕਰਕੇ ਰੱਖਾਂਗੇ? ਕੁੜੀਆਂ ਨੂੰ ਕਿਹਾ ਜਾਂਦਾ ਹੈ ਕਿ ਤੂੰ ਘਰ ਦੀ ਇੱਜ਼ਤ ਹੈ, ਇਸ ਨੂੰ ਸੰਭਾਲ ਕੇ ਰੱਖੀ, ਪਰ ਮੁੰਡਿਆਂ ਨੂੰ ਕਿਉਂ ਨਹੀਂ ਕਿਹਾ ਜਾਂਦਾ ਕਿ ਕਿਸੇ ਹੋਰ ਦੇ ਘਰ ਦੀ ਇੱਜ਼ਤ ਨੂੰ ਹੱਥ ਪਾਉਣਾ ਗਲਤ ਹੈ? ਜਦੋਂ ਵੀ ਇੱਕ ਕੁੜੀ ਆਪਣੀ ਇੱਜ਼ਤ ਦੀ ਰੱਖਿਆ ਲਈ ਆਵਾਜ਼ ਉਠਾਉਂਦੀ ਹੈ ਤਾਂ ਉਸ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ। ਆਖਿਰਕਾਰ ਕਦੋਂ ਤੱਕ ਇਹ ਔਰਤਾਂ ਆਪਣੇ ਇਨਸਾਫ ਲਈ ਦਰ ਦੀਆਂ ਠੋਕਰਾਂ ਖਾਣਗੀਆਂ? ਕਦੋਂ ਤੱਕ ਇੱਕ ਪਿਓ ਆਪਣੀ ਧੀ ਦੀ ਇੱਜ਼ਤ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰਦੇ ਰਹਿਣਗੇ? ਕਦੋਂ ਤੱਕ ਇੱਕ ਮਾਸੂਮ ਬੱਚੀ ਉੱਤੇ ਹੋਏ ਜ਼ੁਲਮ ਦੇ ਇਨਸਾਫ ਲਈ ਕੈਂਡਲ ਮਾਰਚ ਕੱਢਣ ਤੋਂ ਬਾਅਦ ਵੀ ਸਾਨੂੰ ਉਡੀਕ ਕਰਨੀ ਪਵੇਗੀ? ਮੇਰੇ ਸੁਪਨਿਆਂ ਦਾ ਭਾਰਤ ਉਹ ਹੋਵੇਗਾ ਜਿੱਥੇ ਔਰਤਾਂ ਅਤੇ ਮਾਸੂਮ ਬੱਚੀਆਂ ਉੱਪਰ ਹੋਏ ਜ਼ੁਲਮਾਂ ਖਿਲਾਫ ਅਸੀਂ ਡਟ ਕੇ ਖੜਾਂਗੇ। ਇਹਨਾਂ ਕਹਿਰ ਢਾਉਣ ਵਾਲਿਆਂ ਨੂੰ ਸਲਾਖਾਂ ਦੇ ਪਿੱਛੇ ਲਿਜਾ ਕੇ ਹੀ ਅਸੀਂ ਸੁੱਖ ਦਾ ਸਾਹ ਲਵਾਂਗੇ ਅਤੇ ਜਦੋਂ ਸਾਰਾ ਸਮਾਜ ਇਹਨਾਂ ਭੈਣਾਂ ਔਰਤਾਂ ਦੇ ਹੱਕ ਵਿੱਚ ਡਟ ਕੇ ਖੜੇਗਾ, ਉਹੀ ਮੇਰੇ ਸੁਪਨਿਆਂ ਦਾ ਭਾਰਤ ਹੋਵੇਗਾ। ਧੰਨਵਾਦ। ਇਹ ਸੀਗੀ ਰਵਨੀਤ ਤੇ ਹੁਣ ਮੈਂ ਮਾਨਵ ਨੂੰ ਸਟੇਜ ਉੱਤੇ ਆਉਣ ਦਾ ਸੱਦਾ ਦਿੰਦੀ ਹਾਂ। मेरे सपनों का भारत अनोखा तो है, अनदेखा नहीं, आधुनिक तो है पर संस्कृति से कोई झरोखा नहीं। जब आज का विषय मैंने देखा कि मेरे सपनों का भारत कैसा हो और अन्य विषयों को भी साथ में देखा, तो मुझे ये प्रतीत हुआ कि यह विषय तो अपने आप में पूरा सारांश है। मेरा भारत जो मेरे अनुसार नया तो ज़रूर है परंतु पुराना भी है। वह भारत जो अपनी संस्कृति से जुड़ा हुआ है। जब मैं संस्कृति की बात करता हूँ तो मेरी संस्कृति बहुत ज़्यादा भरपूर रही है। एक ऐसी संस्कृति जहाँ पर हम दोबारा पहुँचने की सोचें तो बहुत वर्ष लग जाएंगे।
मैं बात करूंगा नारी सशक्तिकरण की। आप बाद में भी सुनेंगे नारी सशक्तिकरण के बारे में, लेकिन आपको एक बात बताता हूं कि पश्चिमी सभ्यता में जब फेमिनिज्म नाम का शब्द भी नहीं था, तब भारतीय संस्कृति माता के रूप में नारी को पूजा करती थी। नारी सबसे ऊपर थी और आज नहीं है, इस बात का मुझे अफसोस है। परंतु मेरा सपनों का भारत एक ऐसा भारत है जो अपनी संस्कृति से जुड़ा है और नारी सशक्तिकरण की ओर दोबारा बढ़ा है। और सिर्फ नारी की बात क्यों करें, और भी बातें हैं जो हम अभी करेंगे। आप जानते होंगे एक विषय था कि गाँवों से कैसे जुड़ा जाए, तो मैं आपको बताता हूँ कि हम लोग बहुत ज़्यादा जुड़े थे पेड़ों से, पौधों से। और पेड़ पौधों की बात सोच रहे होंगे कि यहाँ पे क्यों, तो मैं आपको बताता हूँ कि इंटरनेशनल हेडलाइंस क्या हैं। COP, कॉन्फ्रेंस ऑफ पार्टीज 26, सभी ने सुना होगा। बात हो रही है क्लाइमेट चेंज की, और मेरी संस्कृति कुछ ऐसी थी जो क्लाइमेट चेंज से कहीं आगे थी। अगर हम आगे के बजाय पीछे की ओर एक बार देख लें, मुड़ करके देख लें, तो आज ऐसे क्लाइमेट चेंज जैसे भयानक भयावह जो दृश्य हैं वो हमें देखने को नहीं मिलेंगे। केवल अपनी सोच को, अपनी संस्कृति की ओर लेके जाना। एजुकेशन कॉलेज में बैठे हैं, शिक्षण संस्थान है, और शिक्षा में भी हमारी आधुनिकता है, पश्चिमी आधुनिकता। मैं संस्कृति की बात करूंगा। गुरुकुल सभी ने सुना है, सभी जानते हैं गुरुकुल का महत्व, गुरुकुल की जो वैल्यूज थी, अगर उनको आज हम अपने शिक्षण संस्थानों में दोबारा लेकर आए तो मुझे नहीं लगता कि भारतीय संस्कृति से भरपूर इस शिक्षण संस्थान से कोई भी पश्चिमी सभ्यता का स्कूल या शिक्षण संस्थान कभी भी बेहतर हो सकता है। ये तो बात हो गई सांस्कृतिक धरोहर की, परंतु अब सच्चाई कुछ इस तरह है कि हमारे पड़ोसी देश इतने भी अच्छे नहीं कि हम वसुदेव कुटुंबकम की बातें करें और वो आकर के हम पर हमला करें। तो मैं ये भी कहूँगा कि मेरे सपनों का भारत ना केवल नारी को सशक्त बनाए, ना केवल हमारे वातावरण को सशक्त बनाए, परंतु खुद भी सशक्त हो। जैसा कि हम जानते हैं आत्मनिर्भर भारत के तहत भी बहुत सारे ऐसे नए आयाम हासिल किए गए हैं। यदि एक बात कहूँ तो अभी हाल ही में एक न्यूक्लियर पावर्ड सबमरीन का टेस्ट किया गया था, और उसका टेस्ट बहुत सफलतापूर्वक किया गया, और उसकी बहुत ज़रूरत है, चाहे वो न्यूक्लियर पावर हो या नए नए हथियार। भारत को ज़रूरत है कि वो पहल तो ना करे, लेकिन अगर सामने वाला पहल करे तो ये भारत ऐसा हो कि उसको जवाब दे सके। मेरा भारत ऐसा होना चाहिए कि तकनीक के मामले में भी सबसे आगे हो। परंतु सवाल तो ये है कि ये भारत जो मेरे सपनों का है वहाँ तक पहुँचेंगे कैसे? सपने देखना आसान है, उन्हें पाना नहीं। तो इसका सॉल्यूशन या इसका उत्तरदायित्व कौन है? मैं और आप। क्योंकि भारत ये नहीं जो आप देखते हैं, भारत हम हैं। भारत हमारे अंदर बसता है। वो कहते हैं ना, जब खुद को बदलेंगे तो समाज बदलेगा। अगर मैं खुद अपनी संस्कृति से जुड़ता हूँ तो भारत संस्कृति से जुड़ता है। मेरा भारत वो है जो हमारे अंदर बसता है, मेरा भारत वो है जो आत्मनिर्भर है। धन्यवाद। ਅੱਜਕੱਲ ਸਾਰੇ ਸੰਸਾਰ ਵਿੱਚ ਔਰਤਾਂ ਨੇ ਹਰ ਇੱਕ ਪੱਖ ਤੋਂ ਤਾਕ ਜਮਾਈ ਸੋਣੀ। ਜਿੱਥੇ ਜਿੱਥੇ ਵੀ ਇਸਨੇ ਕੰਮ ਕੀਤਾ ਸਭ ਥਾਂ ਪਾਣੀ ਹੈ ਮਾਣ ਵਡਿਆਈ ਸੋਣੀ। ਹਰ ਖੋਤਰ ਵਿੱਚ ਮੱਲਾ ਮਾਰ ਕੇ ਕੰਮ ਕਰਨ ਦੀ ਸ਼ਕਤੀ ਦਿਖਾਈ ਸੋਣੀ। ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਬਣ ਕੇ ਦਿੱਤੀ ਲੋਕਾਂ ਤੇ ਆਤਾਈ ਅਗਵਾਈ ਸੋਣੀ। ਇਸ ਦੇ ਨਾਲ ਹੀ ਮੈਂ ਆਸ਼ਿਮਾ ਨੂੰ ਸਟੇਜ ਉੱਤੇ ਆਉਣ ਦਾ ਸੱਦਾ ਦੇਣਾ ਚਾਹਾਂਗੀ। ਇਹਨਾਂ ਦਾ ਵਿਸ਼ਾ ਹੈ ਦ ਨਿਊ ਸ਼ੀ। एक दो की नहीं हर एक की हम राज हूँ, बात करने की दिशा में एक नया अंदाज हूँ। आंख कानों से नहीं मस्तिष्क से सुनिएगा मुझे, क्योंकि मैं कोई पीड़ित महिला नहीं बल्कि एक सशक्त नारी की आवाज हूँ, एक बुलंद नारी की आवाज हूँ। सम्मानित मंच को नमन, न्यायाधीशों को आदाब और एक सशक्त नारी की आवाज से सहमति रखने वालों को सलाम। मान्यवर, माना जाता है कि पुरातन समय में औरतों महिलाओं को दबाया जा रहा था। उन्हें बतलाया जा रहा था, अच्छा लड़की हुई है तो चूल्हे चौके का काम संभालने दे दो। लड़की हुई है, ये तो बहुत बड़ी दुख की बात हो गई ना कि लड़की हुई है, इसे बस घर के काम सिखा दो। पर मान्यवर, अब समय बदल रहा है, अब मेरा भारत भी बदल रहा है। जो आज के समय की नारी है वो घर के साथ साथ पूरे देश को संभाल रही है, और उनमें से एक है हमारी पद्म विभूषण सुषमा स्वराज जी, जिन्होंने घर भी संभाला था और देश को भी संभाला था।
और केवल सुषमा स्वराज ही क्यों, ऐसी कई और सशक्त महिलाएं हैं जो हमें प्रेरणा दे रही हैं, जिनमें से एक है माया विश्वकर्मा जी, जिनकी खुद की सुकर्मा फाउंडेशन है और वो फाउंडेशन हर एक गली गली मोहल्ले मोहल्ले जाके औरतों को फ्री में पैड्स दे रही हैं, उन्हें जागरूक कर रही हैं इस महामारी की बीमारी के बारे में। और माया सुकर्मा जी ही क्यों, ऐसी कई और सशक्त महिलाएं हैं, पर समय की सीमा को देखते हुए हर किसी के बारे में तो नहीं बताया जा सकता। पर हाँ, आज उन नारियों की वजह से हम जैसी लड़कियों को कोई तरस के भाव से नहीं देखता, पर आज हमें हमारी योग्यता के भाव से देखा जाता है। हमें ये तो नहीं कहा जाता कि हाँ नारी है नौकरी दे दो, पर हमारी अब योग्यता देखी जाती है। अब कोई लड़का या लड़की का भेदभाव नहीं रहा और मान्यवर वह समय दूर नहीं जब हमारा ये पुरुष प्रधान समाज महिला प्रधान समाज भी कहलाएगा। धन्यवाद। बहुत खूब आशिमा, शुक्रिया। इस तो बाद मैं मंच से सदा देना चाहूँगा मुस्कान। नारी को अबला मत समझिए, धरती का श्रृंगार है ये। नारी को अबला मत समझिए, धरती का श्रृंगार है ये, जीवन और सृष्टि का आधार है ये। ध्यान लगाकर सुन लेना, मैं खुद को गाने आई हूँ। ध्यान लगाकर सुन लेना, मैं खुद को गाने आई हूँ। चीखूंगी चिल्लाऊंगी, मैं तुम्हें जगाने आई हूँ। नमस्कार, मैं मुस्कान मल्होत्रा आज आपके सामने मेरा विषय आज की नारी पर अपने कुछ विचार प्रस्तुत करने जा रही हूँ। विषय ये है कि क्या नारी सशक्तिकरण एक सच्चाई है? मैं कहना चाहती हूँ जी हाँ, नारी सशक्तिकरण एक सच्चाई है। नारी इस पृथ्वी पर ईश्वर का सबसे अद्भुत सृजन है। प्राचीन काल से आज तक महिलाओं ने सशक्त रहने के प्रमाण दिए हैं और अपनी अमर गाथा खुद के हौसले, विश्वास और साहस से लिख डाली है। जी हाँ, मैं उसी सशक्त महिला की बात कर रही हूँ जो यशोदा माँ के स्वरूप में स्वयं श्री कृष्ण भगवान को ऊखर से बांधकर गोपियों की सच्ची शिकायत को झूठा भी साबित कर सकती है। माँ सीता के स्वरूप में अपनी परीक्षा दे सकती है तो बरसों से राह देखती शबरी बनकर भगवान श्री राम को अपने जूठे बेर भी खिला सकती है। कस्तूरबा सरोजनी नायडू के स्वरूप में आजादी की लड़ाई का आधार बन सकती है तो मलाला के स्वरूप में सामाजिक क्रांति का निर्माण कर सकती है। इंदिरा नूई के स्वरूप में आधुनिक काल की आधार बन सकती है। कल्पना चावला, बछेंद्री पाल और सुनीता विलियम्स के स्वरूप में धरती से आकाश तक की उड़ान भरकर पूरे जगत को दिखा सकती है कि देखो, नारी शक्ति का समग्र प्राचीन काल से अत्यंत काल तक अपमाप और असीम रहा है। नारी को अबला मत समझो, धरती का श्रृंगार है ये। आकाश की ऊंचाई को नापने का जिम्मा हो या समुद्र की गहराई में उतरने का प्रयास, सीमाओं पर सीमा तानने का हौसला हो या तकनीक को नया आयाम देने की चुनौती, नारी शक्ति हर क्षेत्र में अपने आप को साबित करती है। जिन लोगों को ऐसा लगता है कि नारी सशक्तिकरण एक सच्चाई नहीं, एक झूठ है, तो मैं उनसे कहना चाहती हूँ कि आप गलत हैं। आप सड़क को आगे से देख रहे हैं कि सड़क तो अभी बनी ही नहीं है। मेरा अनुग्रह है आपसे कि आप सड़क को पीछे से देखें, क्योंकि सड़क आधी बन चुकी है, बस आपके सहयोग की बारी है और जल्दी ही पूरी हो जाएगी। मेरे कुछ साथी ऐसा कहेंगे कि ये सब तो प्राचीन काल की बात है, आज महिला सशक्तिकरण कहाँ हो रहा है? इसका भी उत्तर है मेरे पास। 2014 से 2021 तक महिलाओं ने कुछ ऐसे काम कर दिखाए हैं जिससे पूरा विश्व हैरान है। इंदिरा नूई, पेप्सिको की सीईओ, जिन्हें विश्व की सबसे ताकतवर महिला कहा गया, एक भारतीय ही तो है। क्या आप भूल गए 2021 के ओलंपिक्स, जिसमें मीराबाई चानू, पीवी सिंधु, लोवलीना बोरगोहेन ने अपनी हिम्मत, साहस
और कार्य के प्रति लगन से अपने देश के लिए रजत और कांस्य पदक हासिल करके जो मर्द नहीं कर पाए। अंत में मैं यही कहना चाहूंगी कि आओ अब कर लो मुकाबला, किसी से कम नहीं हूं मैं। तुम्हारे घर में तो क्या, देश के बॉर्डर पर भी हूं मैं। जहां न्याय मिलता है उस अदालत में भी हूं मैं, जहां जीवन दान मिलता है उस हॉस्पिटल में भी हूं मैं। मेरा अधिकार छीन नहीं सकता कोई, अब मुझसे यूं राहों में अकेला देख मुझसे खेल नहीं सकता कोई, क्योंकि उन सबको पता है उनके लिए सजा हूं मैं। अब पुरानी वाली नहीं, नहीं नहीं नहीं, अब आज की नारी हूं मैं, आज की नारी हूं मैं। धन्यवाद। बहुत खूब मुस्कान आज दी नारी ਦੀ ਗੱਲ ਕਰਕੇ ਗਏ ਨੇ। ਇਸ ਤੋਂ ਬਾਅਦ ਆਤਮ ਨਿਰਭਰ ਦੀ ਭਾਰਤ ਦੀ ਗੱਲ ਕਰਨ ਲਈ ਅਨੁਰਾਧਾ ਆ ਰਹੇ ਨੇ। एक सपना है आत्मनिर्भर भारत बनाना, एक सपना है मेरा आत्मनिर्भर भारत बनाना। बिनती है ਤੁਹਾਨੂੰ ਸਭ ਨੂੰ ਕਿ ਮੇਰੇ ਦੇਸ਼ ਨੂੰ ਅੱਗੇ ਲੈ ਕੇ ਜਾਣਾ, ਬਿਨਤੀ ਹੈ ਤੁਹਾਨੂੰ ਸਭ ਨੂੰ ਕਿ ਮੇਰੇ ਦੇਸ਼ ਨੂੰ ਅੱਗੇ ਲੈ ਕੇ ਜਾਣਾ। ਪਰਮ ਸਤਿਕਾਰਯੋਗ ਪ੍ਰਿੰਸੀਪਲ ਸਾਹਿਬਾਨ, ਅਧਿਆਪਕਗਣ ਤੇ ਅੱਜ ਦੇ ਆਏ ਹੋਏ ਮੁੱਖ ਮਹਿਮਾਨ, ਮੈਂ ਆਪ ਸਭ ਜੀ ਦਾ ਤੇ ਮੇਰੇ ਪਿਆਰੇ ਵਿਦਿਆਰਥੀ ਸਾਥੀਆਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਆਪਣੇ ਵਿਚਾਰ ਤੁਹਾਡੇ ਨਾਲ ਪੇਸ਼ ਕਰਨ ਦਾ। ਮੇਰਾ ਵਿਸ਼ਾ ਹੈ ਆਤਮਨਿਰਭਰ ਭਾਰਤ। ਆਤਮਨਿਰਭਰ ਤੋਂ ਭਾਵ ਜੇ ਮੈਂ ਤੁਹਾਨੂੰ ਪਹਿਲੇ ਸਮਝਾਵਾਂ ਕਿ ਆਤਮਨਿਰਭਰ ਹੁੰਦਾ ਕੀ ਹੈ। ਆਤਮਨਿਰਭਰ ਤੋਂ ਭਾਵ ਹੈ ਕਿ ਆਪਣੇ ਆਪ ਆਪਣਾ ਕੰਮ ਕਰਨ ਵਿੱਚ ਸੈਲਫ ਹਿੰਮਤ ਹੋਣਾ, ਆਪਣੇ ਆਪ ਆਪਣਾ ਕੰਮ ਕਰ ਸਕਣਾ, ਜਿਸ ਵਿੱਚ ਤੁਹਾਨੂੰ ਦੂਸਰਿਆਂ ਦੀ ਜ਼ਰੂਰਤ ਨਾ ਪਵੇ, ਉਸ ਨੂੰ ਆਤਮਨਿਰਭਰ ਕਹਿੰਦੇ ਹਨ। ਹਰ ਵਿਅਕਤੀ ਲਈ ਆਤਮਨਿਰਭਰ ਹੋਣਾ ਬਹੁਤ ਵੱਡਾ ਗੁਣ ਹੁੰਦਾ ਹੈ। ਇਹ ਉਸ ਲਈ ਇੱਕ ਸਹਾਰਾ ਵੀ ਹੁੰਦਾ ਹੈ, ਕਿਉਂਕਿ ਜੇਕਰ ਵਿਅਕਤੀ ਆਤਮਨਿਰਭਰ ਹੋਵੇਗਾ ਤਾਂ ਉਸ ਨੂੰ ਦੂਸਰਿਆਂ ਦੀ ਬਹੁਤ ਘੱਟ ਜ਼ਰੂਰਤ ਪਵੇਗੀ। ਆਤਮਨਿਰਭਰ ਹੋਣਾ ਇੱਕ ਵਿਅਕਤੀ, ਸਮਾਜ, ਦੇਸ਼, ਇੱਕ ਰਾਸ਼ਟਰ ਦਾ ਸੁਪਨਾ ਹੁੰਦਾ ਹੈ। ਸਾਡੇ ਭੂਤਕਾਲ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਵੀ ਕਿਹਾ ਹੈ ਕਿ ਰਾਸ਼ਟਰ ਦੀ ਸ਼ਕਤੀ ਉਸ ਦੀ ਆਤਮਨਿਰਭਰਤਾ ਦੇ ਵਿੱਚ ਹੁੰਦੀ ਹੈ, ਦੂਸਰਿਆਂ ਤੋਂ ਉਧਾਰ ਲੈ ਕੇ ਦੇਸ਼ ਚਲਾਉਣ ਵਿੱਚ ਨਹੀਂ। ਸੋ ਸਾਨੂੰ ਇਸ ਤੋਂ ਸਿੱਖਣਾ ਚਾਹੀਦਾ ਹੈ ਕਿ ਸਾਨੂੰ ਆਤਮਨਿਰਭਰ ਬਣਨਾ ਹੈ। ਆਤਮਨਿਰਭਰਤਾ ਦੇ ਨਾਲ ਹੀ ਮਨੁੱਖ ਦੀ ਪ੍ਰਗਤੀ ਹੁੰਦੀ ਹੈ। ਤੁਸੀਂ ਸਾਰੇ ਅੱਜ ਦੇ ਯੁਵਾ ਬੈਠੇ ਹੋ ਇੱਥੇ, ਠੀਕ ਹੈ, ਤੇ ਆਹ ਵਿਸ਼ਾ ਇੱਕ ਬਹੁਤ ਹੀ ਅੱਛਾ ਵਿਸ਼ਾ ਮਿਲਿਆ ਸਾਨੂੰ ਗੱਲ ਕਰਨ ਨੂੰ, ਕਿਉਂਕਿ ਤੁਸੀਂ ਅੱਗੇ ਜਾ ਕੇ ਦੇਸ਼ ਨੂੰ ਚਲਾਉਣਾ ਹੈ। ਦੇਸ਼ ਦੇ ਨਵੇਂ ਨਾਗਰਿਕ ਹੋ ਤੁਸੀਂ ਇਸ ਦੇਸ਼ ਦੇ ਵਿੱਚ ਇੱਕ ਮੁਕਾਮ ਹਾਸਲ ਕਰਨਾ ਹੈ, ਇੱਕ ਮੰਜ਼ਿਲ ਨੂੰ ਹਾਸਲ ਕਰਨਾ ਹੈ, ਤੇ ਉਸ ਦੇਸ਼ ਨੇ ਤੁਹਾਡੇ ਸਿਰ ਤੇ ਆਪਣਾ ਨਾਂ ਰੋਸ਼ਨ ਕਰਨਾ ਹੈ ਕਿ ਮੇਰੀ ਅੱਜ ਦੀ ਯੁਵਾ ਪੀੜ੍ਹੀ ਆਤਮਨਿਰਭਰ ਹੈ। ਤੁਹਾਡੇ ਵਿੱਚ ਬੈਠੇ ਹੋਏ ਸਾਰੇ ਵਿਦਿਆਰਥੀ ਬਹੁਤ ਹੀ ਸਮਝਦਾਰ ਤੇ ਬਹੁਤ ਹੀ ਸਿਆਣੇ ਨੇ। ਹੋ ਸਕਦਾ ਹੈ ਕਿ ਕੁਛ ਦਾ ਦਿਮਾਗ ਇੰਨਾ ਜ਼ਿਆਦਾ ਤੇਜ਼ ਹੋਵੇ ਕਿ ਤੁਹਾਡੇ ਵਿੱਚੋਂ ਕੋਈ ਸਾਇੰਟਿਸਟ ਬਣ ਜਾਵੇ, ਤੁਹਾਡੇ ਚੋਂ ਕੋਈ ਡਾਕਟਰ ਨਿਕਲ ਆਵੇ, ਤੁਹਾਡੇ ਚੋਂ ਕੋਈ ਟੈਕਨੀਸ਼ੀਅਨ ਬਣ ਜਾਵੇ। ਜੇ ਕਹਿੰਦੇ ਕਿਸੇ ਆਤਮਨਿਰਭਰਤਾ ਬਾਰੇ ਜਾਣਨਾ ਹੋਵੇ ਤਾਂ ਫਿਰ ਉਸ ਨੂੰ ਪੁੱਛੋ ਜਿਹੜਾ ਵਿਸਾਖੀ ਦੇ ਸਹਾਰੇ ਚੱਲਦਾ ਹੈ। ਜਦੋਂ ਉਸ ਕੋਲ ਉਹਦੀਆਂ ਵਿਸਾਖੀਆਂ ਖੋਹ ਲਈਆਂ ਜਾਣ ਤਾਂ ਫਿਰ ਉਹ ਬੇਸਹਾਰਾ ਹੋ ਜਾਂਦਾ ਹੈ, ਚੱਲਣ 'ਚ ਅਸਮਰਥ ਹੋ ਜਾਂਦਾ ਹੈ। ਇਹ ਹਾਲਤ ਉਸੇ ਰਾਸ਼ਟਰ ਦੀ ਵੀ ਹੋ ਸਕਦੀ ਹੈ ਜੋ ਦੂਜਿਆਂ ਦੇ ਸਹਾਰੇ ਨਾਲ ਚੱਲਦੇ ਹਨ। ਇਸ ਲਈ ਹਰ ਰਾਸ਼ਟਰ ਨੂੰ ਆਪਣੇ ਆਪ ਦੇ ਵਿੱਚ ਆਤਮਨਿਰਭਰ ਬਣਨਾ ਚਾਹੀਦਾ ਹੈ। ਵਰਤਮਾਨ ਦੇ ਵਿੱਚ ਅਸੀਂ ਜੇ ਗੱਲ ਕਰੀਏ ਤੇ ਅਸੀਂ ਜੇ ਭੂਤਕਾਲ ਦੇ ਵਿੱਚ ਝਾਤੀ ਮਾਰੀਏ ਤਾਂ ਉਸ ਸਮੇਂ ਸਾਡਾ ਦੇਸ਼ ਅੰਗਰੇਜ਼ਾਂ ਦਾ ਗੁਲਾਮ ਸੀ। ਸਾਨੂੰ ਆਪਣੇ ਵਿਕਾਸ ਵਾਸਤੇ ਵੀ ਅੰਗਰੇਜ਼ਾਂ ਦੇ ਉੱਤੇ ਡਿਪੈਂਡ ਰਹਿਣਾ ਪੈਂਦਾ ਸੀ। ਉਹਨਾਂ ਦੇ ਬਿਲਕੁਲ ਜਿਸ ਤਰ੍ਹਾਂ ਉਹ ਕਰਦੇ ਸਨ ਉਸੇ ਤਰ੍ਹਾਂ ਹੀ ਕਰਨਾ ਪੈਂਦਾ ਸੀ। ਲੇਕਿਨ ਜੇ ਹੁਣ ਅਸੀਂ ਦੇਖੀਏ ਕਿ ਸਾਡਾ ਭਾਰਤ ਇੱਕ ਸੁਤੰਤਰ ਦੇਸ਼ ਬਣ ਚੁੱਕਿਆ ਹੈ, ਬਲਕਿ ਇਸਨੇ ਤਾਂ ਹੁਣ ਦੀ ਸਥਿਤੀ ਇਹੋ ਜਿਹੀ ਹੈ ਕਿ ਇਹ ਕੋਹੇ ਨੂਰ ਦੀ ਤਰ੍ਹਾਂ ਚਮਕ ਰਿਹਾ ਹੈ। ਇਸਨੇ ਆਤਮਨਿਰਭਰ ਹੋ ਕੇ ਆਪਣੇ ਆਪ ਨੂੰ ਵਿਕਾਸਸ਼ੀਲ ਦੇਸ਼ਾਂ ਵਿੱਚ ਨਹੀਂ ਬਲਕਿ ਵਿਕਸਿਤ ਦੇਸ਼ਾਂ ਦੇ ਵਿੱਚ ਸ਼ਾਮਿਲ ਕਰ ਲਿਆ ਹੈ। ਆਤਮ ਸਨਮਾਨ ਨਾਲ ਜੀ ਕੇ ਆਤਮ ਭਾਰਤ ਬਣਾਉਣਾ ਹੈ। ਆਤਮ ਸਨਮਾਨ ਨਾਲ ਜੀ ਕੇ ਆਤਮ ਨਿਰਭਰ ਭਾਰਤ ਬਣਾਉਣਾ ਹੈ। ਆਜ਼ਾਦ ਭਾਰਤ ਨੂੰ ਵਿਸ਼ਵ ਵਿੱਚ ਸਰਵ ਉੱਤਮ ਬਣਾਉਣਾ ਹੈ। ਆਜ਼ਾਦ ਭਾਰਤ ਨੂੰ ਵਿਸ਼ਵ ਵਿੱਚ ਸਰਵ ਉੱਤਮ ਬਣਾਉਣਾ ਹੈ। ਕੁਝ ਸਮਾਂ ਪਹਿਲਾਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੇ ਭਾਰਤੀ ਉਦਯੋਗ ਸੰਘ ਦੇ ਸਾਲਾਨਾ ਸੱਤਰ 2020 ਦੇ ਵਿੱਚ ਇੱਕ ਵੀਡੀਓ ਕਾਨਫਰੰਸ ਦੇ ਮਾਧਿਅਮ ਦੇ ਰਾਹੀਂ ਸੰਬੋਧਿਤ ਕਰਦੇ ਹੋਏ ਆਤਮ ਨਿਰਭਰ ਭਾਰਤ ਦੇ ਨਿਰਮਾਣ ਤੇ ਜ਼ੋਰ ਦਿੱਤਾ ਸੀ। ਕਿਉਂਕਿ ਆਪ ਸਾਰੇ ਜਾਣਦੇ ਹੋ ਕਿ ਪਿਛਲੇ ਕੁਝ ਸਮੇਂ ਤੋਂ ਅਸੀਂ ਕਰੋਨਾ ਮਹਾਮਾਰੀ ਦੇ ਨਾਲ ਜੂਝ ਰਹੇ ਹਾਂ, ਜਿਸ ਨੇ ਇੱਕ ਮੱਕੜੀ ਦੇ ਜਾਲ ਦੀ ਤਰ੍ਹਾਂ ਸਾਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ।
ਤੇ ਜਿਸ ਨੇ ਬੇਰੁਜ਼ਗਾਰੀ, ਅਰਥ ਵਿਵਸਥਾ ਅਤੇ ਪਿਛੜਾਪਨ ਦੀ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਲਿਆ ਕੇ ਰੱਖ ਦਿੱਤੀਆਂ ਹਨ। ਤੇ ਉਧਰ ਜੇ ਦੂਸਰੀ ਤਰਫ ਅਸੀਂ ਦੇਖੀਏ ਤੇ ਆਤਮ ਨਿਰਭਰਤਾ ਦਾ ਸਿਧਾਂਤ ਵੀ ਇਸਨੇ ਸਾਡੇ ਅੱਗੇ ਲਿਆਂਦਾ ਹੈ। ਭਾਵੇਂ ਕਰੋਨਾ ਕਾਲ ਨੇ ਸਾਨੂੰ ਬਹੁਤ ਕੁਝ ਸਾਡੇ ਤੋਂ ਛੀਨ ਲਿਆ, ਲੇਕਿਨ ਇੱਕ ਆਤਮ ਨਿਰਭਰਤਾ ਦਾ ਜਿਹੜਾ ਸੁਪਨਾ ਹੈ ਉਹ ਸਾਕਾਰ ਕਰਨ ਵਿੱਚ ਮਦਦ ਕੀਤੀ ਹੈ, ਕਿਉਂਕਿ ਭਾਰਤ ਨੇ ਕੁਝ ਵਿਦੇਸ਼ਾਂ ਤੋਂ ਆਉਣ ਵਾਲੇ ਆਯਾਤ ਦੇ ਉੱਤੇ ਰੋਕ ਲਗਾ ਦਿੱਤੀ ਸੀ ਤੇ ਉਸ ਚੀਜ਼ਾਂ ਦੀ ਪੂਰਤੀ ਲਈ ਉਸਨੇ ਖੁਦ ਹੀ ਉਹ ਸਮਾਨ ਨੂੰ ਆਪਣੇ ਦੇਸ਼ ਵਿੱਚ ਤਿਆਰ ਕਰਕੇ ਉਸ ਦੀ ਸਪਲਾਈ ਕੀਤੀ ਹੈ, ਜਿਸ ਦੇ ਨਾਲ ਸਾਡੇ ਦੇਸ਼ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆਈ। ਭਾਰਤ ਦੇਸ਼ ਵਿੱਚ ਪੀਪੀਟੀ ਕਿੱਟਾਂ, ਵੈਂਟੀਲੇਟਰਸ ਜਿਹੜਾ ਸਮਾਨ ਸੀਗਾ ਉਹ ਬਾਹਰੋਂ ਦੇਸ਼ਾਂ ਤੋਂ ਆਯਾਤ ਕਰਵਾਇਆ ਜਾਂਦਾ ਸੀ, ਲੇਕਿਨ ਜਦੋਂ ਦਾ ਭਾਰਤ ਨੇ ਆਤਮ ਨਿਰਭਰਤਾ ਦਾ ਨਾਰਾ ਲਗਾਇਆ ਉਸਨੇ ਆ ਸਾਰੀਆਂ ਚੀਜ਼ਾਂ ਦੀ ਪੂਰਤੀ ਖੁਦ ਕਰ ਲਈ ਹੈ। ਪ੍ਰਧਾਨ ਮੰਤਰੀ ਜੀ ਦੁਆਰਾ ਆਤਮ ਨਿਰਭਰ ਅਭਿਆਨ ਦੇ ਤਹਿਤ 20 ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਵੀ ਘੋਸ਼ਣਾ ਕੀਤੀ ਗਈ, ਜਿਸ ਨੇ ਇਸ ਘਰੇਲੂ ਉਤਪਾਦਨ ਨੂੰ ਹੋਰ ਬੜਾਵਾ ਦਿੱਤਾ। ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਵੀ ਸੁਪਨਾ ਸੀ ਕਿ ਭਾਰਤ ਸਵਦੇਸ਼ੀ ਚੀਜ਼ਾਂ ਨੂੰ ਅਪਣਾਵੇ, ਸਾਡੀ ਅਰਥ ਵਿਵਸਥਾ ਮਜ਼ਬੂਤ ਬਣੇ। ਵਰਤਮਾਨ ਸਮੇਂ ਵਿੱਚ ਅੱਜ ਫੇਰ ਮੈਨੂੰ ਉਹਨਾਂ ਦਾ ਸੁਪਨਾ ਪੂਰਾ ਹੁੰਦਾ ਨਜ਼ਰ ਆ ਰਿਹਾ, ਕਿਉਂਕਿ ਕਿਤੇ ਨਾ ਕਿਤੇ ਸਾਡਾ ਭਾਰਤ ਆਤਮ ਨਿਰਭਰਤਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਆਤਮ ਨਿਰਭਰਤਾ ਦਾ ਅਰਥ ਇਹ ਨਹੀਂ ਹੁੰਦਾ ਕਿ ਤੁਸੀਂ ਦੂਸਰੇ ਦੇਸ਼ਾਂ ਤੋਂ ਸਮਾਨ ਲੈਣਾ ਬੰਦ ਕਰ ਦਿਓ ਜਾਂ ਤੁਸੀਂ ਇਕੱਲੇ ਹੀ ਝੂੰਝਦੇ ਰਹੋ। ਆਤਮ ਨਿਰਭਰਤਾ ਦਾ ਅਰਥ ਇਹ ਹੈ ਕਿ ਤੁਸੀਂ ਆਪਣੇ ਦੇਸ਼ ਦੇ ਵਿੱਚ ਇੰਨਾ ਵਧੀਆ ਸਮਾਨ ਤਿਆਰ ਕਰੋ ਤੇ ਜੋ ਕਿ ਸਸਤਾ ਵੀ ਹੋਵੇ ਤੇ ਵਧੀਆ ਵੀ ਹੋਵੇ, ਜਿਸ ਨੂੰ ਲੋਕ ਆਪਣੇ ਦੇਸ਼ ਦੇ ਵਿੱਚ ਰਹਿ ਕੇ ਹੀ ਹਾਸਲ ਕਰ ਸਕਣ, ਕਿਉਂਕਿ ਕਿਹਾ ਜਾਂਦਾ ਹੈ ਕਿ ਜ਼ਬਰਦਸਤੀ ਕਰਾਇਆ ਗਿਆ ਕੰਮ ਤਾਂ ਕੁਝ ਦੇਰ ਲਈ ਚੱਲਦਾ ਹੈ, ਪਰੰਤੂ ਸਵੈ ਇੱਛਾ ਨਾਲ ਕੀਤਾ ਗਿਆ ਕੰਮ ਉਮਰ ਭਰ ਲਈ ਰਹਿੰਦਾ ਹੈ। ਅੰਤ ਵਿੱਚ ਮੈਂ ਕਹਿਣਾ ਚਾਹਾਂਗੀ ਕਿ ਜਿਸ ਰਾਸ਼ਟਰ ਦੀ ਮਿੱਟੀ ਵਿੱਚ ਅਸੀਂ ਪਲੇ ਵੱਡੇ ਹੋਏ, ਜਿਸ ਰਾਸ਼ਟਰ ਦਾ ਅਸੀਂ ਅਨਾਜ ਖਾਦਾ, ਕਿਉਂ ਨਾ ਉਸ ਰਾਸ਼ਟਰ ਦਾ ਕਰਜ਼ ਅਸੀਂ ਆਤਮ ਨਿਰਭਰ ਹੋ ਕੇ ਉਤਾਰੀਏ, ਉਸ ਦੀਆਂ ਸਵਦੇਸ਼ੀ ਚੀਜ਼ਾਂ ਨੂੰ ਅਪਣਾਈਏ ਤੇ ਕਿਉਂਕਿ ਭਾਰਤ ਨੂੰ ਅਸੀਂ ਉਸ ਮਕਾਮ ਤੇ ਲੈ ਕੇ ਜਾਈਏ ਕਿ ਭਾਰਤ ਜਿਸ ਤਰ੍ਹਾਂ ਇੱਕ ਉੱਡਦਾ ਬਾਜ ਉਚਾਈ ਤੇ ਹੁੰਦਾ ਹੋਇਆ ਵੀ ਨੀਚੇ ਹਰ ਜੀਵ ਤੇ ਨਿਗਾਹ ਰੱਖ ਲੈਂਦਾ ਹੈ, ਤੇ ਭਾਰਤ ਸਾਡਾ ਉਹ ਉਚਾਈਆਂ ਨੂੰ ਹਾਸਲ ਕਰੇ। ਤੇ ਅਸੀਂ ਇਸੇ ਭਾਵਨਾ ਜਿਹੜੀ ਇਹ ਭਾਵਨਾ ਸਾਡੇ ਅੰਦਰ ਕਿੱਦਾਂ ਆ ਸਕਦੀ ਹੈ? ਸਿਰਫ ਮੈਂ ਦੇ ਨਾਲ ਨਹੀਂ ਆ ਸਕਦੀ, ਅਸੀਂ ਦੇ ਨਾਲ ਆ ਸਕਦੀ ਹੈ। ਤੁਸੀਂ ਸਾਰੇ ਅੱਜ ਬੈਠੇ ਹੋ, ਤੁਹਾਨੂੰ ਚਾਹੀਦਾ ਹੈ ਕਿ ਆਪਣੇ ਅੰਦਰ ਵੀ ਆਪਣੇ ਭਾਰਤ ਨੂੰ ਅੱਗੇ ਲੈ ਕੇ ਜਾਣ ਦਾ ਸੁਪਨਾ ਪੈਦਾ ਕਰੋ ਤੇ ਆਪਣੇ ਦੇਸ਼ ਲਈ ਕੁਝ ਕਰਕੇ ਦਿਖਾਓ। ਆਤਮ ਨਿਰਭਰ ਹੈ ਜੇਕਰ ਤੂੰ, ਆਤਮ ਨਿਰਭਰ ਹੈ ਜੇਕਰ ਤੂੰ, स्वतंत्र है यह देश तेरा। आत्मनिर्भर है जेकर तू, स्वतंत्र है यह देश तेरा। तेरा भविख तेरे अगे, तेरा भविख तेरे अगे, लिख इसनू तू खुद दी कलम नाल। धन्यवाद। बहुत खूब अनुराधा। अज आखां बारिशां नूं कि तू कबरां विचों बोल, अज आखां बारिशां नूं कि तू कबरां विचों बोल, अज किताबी इश्क दा कोई अगला वर्का फोल। एक रोई सी धी पंजाब दी तू लिख लिख मारे वैन, अज लखां धीआं रोंदियां तैनू वारिशां नूं कहन। उठ दर्द मंदा दिया दर्दिया ते तक अपना पंजाब, अज लाशां बेले बिछियां ते लहू दी भरी चिन्नाम, अज लाशां बेले बिछियां ते लहू दी भरी चिन्नाम। बुलाना चाहांगी मैं साडे विच आंचल नूं, साडी आखरी कंटेस्टेंट। Good afternoon everyone present here. My name is Anchal and I am here to speak on the topic The New She, the futuristic view of the empowered girl. It is great to be here today among the such distinguished personalities, the teachers and all the students who are sitting here. Let me begin by thanking some of the people. Firstly, I would like to thank God who sent me in this universe. Secondly, I would like to thank my parents who didn't kill me because I was a girl. The UNESCO report says that there are over 481 millions of the girls that still lack in the literacy rate. And this is the report of the 2015. So I would say that the women, the females that are sitting here, they are privileged to have this opportunity to be here. We are often told that life is not an easy journey. It's full of challenges. In the present era, our vision is to educate the girl and make her empowered so that she can reach the goals. Research says that if women are educated, they will have lesser children.
If women are educated, they will have the power to reach their goals. If women are educated, they will boost up the economies, and if the women are educated, they will have the better sense of decision making. Our vision is to educate the girl child, empower them enough so that they can have the potential to make their decisions on their own. We have to empower them with the knowledge. We have to empower them with the skills. Not the skills that are just vocational, but the skills that are the need of this 21st century, that is the skill that is required in this 21st century for their personal development. The various aspects that are needed for the empowerment of the women, they are the personal development, the academic development, as well as the professional development. Since in this 21st century, the women are no longer allowed to sit at the back and sit properly, like dressing and all this, doing the household chores. But the need of the 21st era is that they should use their mental level, they should use their potential, and they should use their abilities to reach their goals. And I'm really glad to share the women has entered each and every field of the life. They are working as CAs, they are working as engineers, they are working as pilots, they are working as teachers, they are working in each and every field. So there is no limit to what we as women can accomplish. Here I would like to mention some of the examples. Pratibha Patil, Kiran Bedi, the first IPS women officer, Kalpana Chawla, the women astronaut, Mary Kom, the boxing champion, and many more examples. A woman with a book and a pen. A woman with a book and a pen has the power to move the nations. But a woman with mind and a voice has the power to change the words. Women I am, bleed I do, fears I have, trouble I face, voice I feel, tolerance I need, love I share, life I create. Woman I am, women I am. Thank you. गुड आफ्टरनून टू एवरीवन जी, मैं गज़ल सुना रहा हूँ। लगाया दिल बहुत पर दिल लगाने, लगाया दिल बहुत पर दिल लगाने, तेरे जैसा तेरे जैसा तेरे जैसा कोई हमको मिला नहीं। लगाया दिल बहुत पर दिल लगा नहीं। ये तोहफे हैं जो अपनों से मिले हैं, ये तोहफे हैं जो अपनों से मिले हैं। हमें गैरों से कोई भी गिला नहीं। लगाया दिल बहुत पर दिल लगा नहीं। वो मुझको लग रहा था प्यार मेरा, वो मुझको लग रहा था प्यार मेरा। वो जैसा लग रहा था वैसा था नहीं। लगाया दिल बहुत पर दिल लगा नहीं। थैंक यू। शुक्रिया रमन। उम्मीद है कि रमन ने थोड़ा दिल जरूर लगाता होगा। स्वागत करो जी करण दा। करण आ रहे हैं स्टेज पे। गुड आफ्टरनून ऑल ऑफ यू। छोटी नवजुमा जरा काबिले गौर। सोचा सोचा कि तुझ पर कुछ लफ्ज़ लिखूं, सोचा कि तुझ पर कुछ लफ्ज़ लिखूं, जो लफ्ज़ लिखूं वो सचमुच हो जाए। सोचा कि तुझ पर कुछ लफ्ज़ लिखूं, जो लफ्ज़ लिखूं वो सचमुच हो जाए। मैं आ लिखूं तो आ जाए, मैं आ लिखूं तो आ जाए, मैं बैठ लिखूं तो आ बैठे। मैं आ लिखूं तो आ जाए, मैं बैठ लिखूं तो आ बैठे। फिर मेरे तो कांधे पे सिर रखे, तो फिर मेरे तो कांधे पे सिर रखे। मैं नींद लिखूं तो सो जाए, मेरे तो कांधे पे सिर रखे। मैं नींद लिखूं तो सो जाए। मैं दिल लिखूं तो दिल थामे, मैं गुम लिखूं दिल खो जाए। मैं दिल लिखूं तो दिल थामे, मैं गुम लिखूं
दिल खो जाए। बेचैन लिखूं बेचैन लिखूं बेचैन हो तू, बेचैन लिखूं बेचैन हो तू, फिर बेचैन का बे काटूं। बेचैन लिखूं बेचैन हो तू, फिर बेचैन का बे काटूं, तुझे चैन जरा सा हो जाए। बेचैन लिखूं बेचैन हो तू, बेचैन का बे काटूं, तुझे चैन जरा सा हो जाए। मैं काफ लिखूं तुझे कुछ कुछ हो, मैं काफ लिखूं तुझे कुछ कुछ हो, और मैं इश्क लिखूं तुझे हो जाए। मैं इश्क लिखूं तुझे हो जाए। थैंक यू। बहुत खूब करण, नतीजे तैयार ने और मैं दरख्वास्त करांगा सर ਨੂੰ ਕਿ ਉਹ ਆਉਣ ਅਤੇ ਨਤੀਜੇ ਐਲਾਨ ਕਰਨ। ਅੱਜ ਦੇ ਜਿਹੜੇ ਵਿਨਰ ਹਨ ਉਹ ਨੇ ਆਂਚਲ। ਸੋ ਦੋਸਤੋ ਅੱਜ ਅਸੀਂ ਆਏ ਹੋਏ ਹਾਂ ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਦੇ ਵਿੱਚ ਤੇ ਬਹੁਤ ਸਾਰੇ ਸਟੂਡੈਂਟਸ ਇੱਥੇ ਬੈਠੇ ਹੋਏ ਨੇ, ਉਹਨਾਂ ਦੇ ਨਾਲ ਆਪਾਂ ਇੰਟਰੈਕਸ਼ਨ ਕਰਦੇ ਹਾਂ, ਜਾਣਦੇ ਹਾਂ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤੇ ਕੁਝ ਹੋਰ ਗੱਲਾਂ ਨੂੰ ਲੈ ਕੇ। ਇੱਕ ਮੈਡਮ ਬੈਠੇ ਹੋਏ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਪ੍ਰੀਤੀ। ਜੀ ਪ੍ਰੀਤੀ ਜੀ, ਐਗਜ਼ਾਮ ਨੇ, ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਤੇ ਅੱਜ ਦਾ ਜੋ ਵਿਸ਼ਾ ਹੈ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅੱਜ ਦਾ ਟੌਪਿਕ ਜਿਹੜਾ ਹੋਇਆ ਲੇਡੀਜ਼ ਨੂੰ ਲੈ ਕੇ, ਉਹ ਬਹੁਤ ਹੀ ਵਧੀਆ ਟੌਪਿਕ ਸੀ ਕਿ ਹਰ ਇੱਕ ਨੂੰ ਜਾਗਰੂਕ ਹੋਣਾ ਚਾਹੀਦਾ ਇਸ ਟੌਪਿਕ 'ਤੇ ਕਿ ਜੋ ਫੀਮੇਲਸ ਨਾਲ ਹੋ ਰਿਹਾ ਜਾਂ ਗਰਲਸ ਨਾਲ ਹੋ ਰਿਹਾ, ਜਾਂ ਅੱਜ ਕੱਲ੍ਹ ਗਰਲਸ ਛੋਟੀ ਚਾਈਲਡਸ ਨਾਲ ਵੀ ਹੋ ਰਿਹਾ ਇਹ, ਜੋ ਕਿ ਕਾਨੂੰਨੀ ਤੌਰ 'ਤੇ ਬਹੁਤ ਗਲਤ ਹੈ। ਤਾਂ ਇੱਕ ਨਿਊ ਟੌਪਿਕ ਸੀ ਦਾ ਨਿਊ ਸ਼ੀ, ਜਿਸ ਦੇ ਵਿੱਚ ਕਿ ਔਮਨ ਐਮਪਾਵਰਮੈਂਟ ਨੂੰ ਲੈ ਕੇ ਗੱਲ ਕੀਤੀ ਗਈ ਸੀ। ਮੈਰਿਡ ਹੋ ਤੁਸੀਂ, ਆਮ ਤੌਰ ਦੇ ਉੱਤੇ ਦੇਖਿਆ ਜਾਂਦਾ ਕਿ ਪਹਿਲਾਂ ਦੇ ਸਮੇਂ ਦੇ ਵਿੱਚ ਮੈਰਿਜ ਤੋਂ ਬਾਅਦ ਬੱਚਿਆਂ ਨੂੰ ਪੜ੍ਹਨ ਨੂੰ ਨਹੀਂ ਭੇਜਿਆ ਜਾਂਦਾ ਸੀ, ਤਾਂ ਤੁਹਾਡੇ ਤੇ ਕੋਈ ਰਿਸਟ੍ਰਿਕਸ਼ਨ ਹੈ ਕਿ ਨਹੀਂ ਜਾਣਾ, ਇਵੇਂ ਕਰਨਾ ਜਾਂ ਇੱਥੋਂ ਤੱਕ ਸਟੱਡੀ ਕਰਨੀ ਹੈ, ਕੁਛ ਇਵੇਂ? ਨਹੀਂ, ਮੇਰੇ ਇਨ-ਲॉज ਔਰ ਮੇਰੇ ਹਸਬੈਂਡ ਨੇ ਮੇਰੇ ਲਈ ਬਹੁਤ ਸਾਥ ਦਿੱਤਾ ਇਸ ਚੀਜ਼ ਵਾਸਤੇ। ਮੇਰੀ ਜਦੋਂ ਮੈਰਿਜ ਹੋਈ ਸੀ, ਮੈਨੂੰ ਸਟਾਰਟਿੰਗ ਤੋਂ ਹੀ ਮੇਰੀ ਮਦਰ ਇਨ-ਲॉ ਨੇ ਕਿਹਾ ਸੀ ਕਿ ਤੂੰ ਸਟੱਡੀ ਕਰ, ਤੂੰ ਕੁਛ ਬਣ, ਤੇ ਮੈਂ ਉਹਨਾਂ ਲਈ ਹੀ ਅੱਜ ਸਟੱਡੀ ਕਰ ਰਹੀ ਹਾਂ ਤੇ ਉਹਨਾਂ ਲਈ ਕੁਛ ਅੱਗੇ ਬਣੂੰਗੀ। ਇਹ ਤਾਂ ਨਹੀਂ ਕਿ ਕਿਤੇ ਔਨ ਦਾ ਮਾਈਕ ਤੁਸੀਂ ਗੱਲ ਕਰ ਰਹੇ ਹੋ ਤੇ ਇੰਨੀ ਤਾਰੀਫ ਕਰ ਰਹੇ ਹੋ, ਕਿਤੇ ਘਰ ਜਾਂਦੇ ਨਹੀਂ ਪੁਰਾਣੀ ਉਹ ਨੋਹਾਂ ਸੱਸਾਂ ਵਾਲਾ ਲੜਾਈ ਝਗੜਾ? ਨਹੀਂ, ਮੈਂ ਆਪਣੇ ਇੱਧਰ ਮਦਰ ਵਾਲੀ ਸਾਈਡ ਰਹਿ ਰਹੀ ਤੇ ਮੇਰੇ ਮਤਲਬ ਮਦਰ ਇਨ-ਲॉ ਨੇ ਮੇਰਾ ਬਹੁਤ ਸਾਥ ਦਿੱਤਾ, ਮੇਰੇ ਹਸਬੈਂਡ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਕਿ ਤੂੰ ਸਟੱਡੀ ਕਰ। ਮੇਰੇ ਹਸਬੈਂਡ ਇੰਡੀਅਨ ਆਰਮੀ 'ਚ ਹੈ ਤੇ ਉਹਨਾਂ ਦਾ ਏਮ ਆ ਕਿ ਮੈਂ ਕੁਛ ਬਣਾ। ਮੇਰੀ ਮਦਰ ਇਨ-ਲॉ ਦਾ ਵੀ ਇਹੀ ਏਮ ਆ ਕਿ ਮੈਂ ਕੁਛ ਬਣਾ। ਸੋ ਬਿਲਕੁਲ ਜੀ, ਉਹ ਸੋਚ ਜਿਹੜੀ ਹੈ ਅੱਜ ਬਿਲਕੁਲ ਸਹੀ ਸਾਬਤ ਹੋ ਰਹੀ ਹੈ ਕਿ ਕੁੜੀਆਂ ਜਿਹੜੀਆਂ ਨੇ, ਔਮਨ ਜਿਹੜੀਆਂ ਨੇ, ਉਹ ਇੰਪਾਵਰ ਹੋ ਰਹੀਆਂ ਨੇ। ਤਾਂ ਅਗਲੀ ਇੰਪਾਵਰ ਔਮਨ ਕੌਣ ਹੈ ਗੱਲ ਕਰਨ ਨੂੰ? ਸਭ ਤੋਂ ਪਹਿਲਾਂ ਤੇ ਨਾਮ ਜਾਣਦੇ ਹਾਂ, ਕੀ ਨਾਮ ਹੈ ਤੁਹਾਡਾ ਤੇ ਅੱਜ ਦਾ ਜੋ ਵਿਸ਼ਾ ਸੀ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ? ਮੇਰਾ ਨਾਮ ਪ੍ਰਭਨੂਰ ਕੌਰ ਹੈ ਤੇ ਅੱਜ ਇੱਥੇ ਜਦੋਂ ਸਾਰੇ ਹੀ ਮਤਲਬ ਜਿਨ੍ਹਾਂ ਨੇ ਵੀ ਪਰਫਾਰਮੈਂਸ ਦਿੱਤੀ ਤੇ ਸਾਰਿਆਂ ਨੇ ਔਮਨ ਇੰਪਾਵਰਮੈਂਟ ਜਾਂ ਫਿਰ ਆਤਮ ਨਿਰਭਰ ਇੰਡੀਆ ਬਾਰੇ ਗੱਲ ਕੀਤੀ, ਤਾਂ ਮੈਂ ਵੀ ਇਸੇ ਗੱਲ ਨੂੰ ਪੂਰਾ ਸਪੋਰਟ ਕਰਦੀ ਹਾਂ ਕਿ ਅੱਜ ਦੀ ਜਿਹੜੀ ਨਾਰੀ ਹੈ ਉਹ ਆਤਮ ਨਿਰਭਰ ਵੀ ਹੈ ਤੇ ਉਹ ਉਹਦੇ ਵਿੱਚ ਇੰਨਾ ਬਲ ਵੀ ਹੈਗਾ ਕਿ ਉਹ ਆਪਣੇ ਦੇਸ਼ ਨੂੰ ਜਿਹੜਾ ਉਹ ਅੱਗੇ ਵੀ ਲੈ ਕੇ ਜਾ ਸਕਦੀ ਹੈਗੀ ਹੈ। ਤੇ ਇੱਕ ਵਿਜ਼ਨ ਹੁੰਦਾ, ਹਰ ਇੱਕ ਦਾ ਸੁਪਨਾ ਹੁੰਦਾ, ਡ੍ਰੀਮ ਹੁੰਦਾ। ਜੇਕਰ ਮੈਂ ਤੁਹਾਡੇ ਤੋਂ ਜਾਣਨਾ ਚਾਹਾਂ 2047 ਦੇ ਵਿੱਚ 100 ਸਾਲ ਲਗਭਗ ਹੋ ਜਾਣਗੇ ਇੰਡੀਆ ਨੂੰ ਆਜ਼ਾਦ ਹੋਏ, ਤਾਂ 100 ਸਾਲ ਬਾਅਦ ਦਾ ਭਾਰਤ ਤੁਸੀਂ ਕਿਹੋ ਜਿਹਾ ਦੇਖਣਾ ਚਾਹੋਗੇ? ਤੇ ਮੈਂ ਇਹੀ ਉਮੀਦ ਰੱਖਦੀ ਹਾਂ ਕਿ ਜੋ ਗੁਰੂ ਨਾਨਕ ਦੇਵ ਜੀ ਨੇ ਇੱਕ ਨਾਰੀ ਨੂੰ ਲੈ ਕੇ ਜਾਂ ਇੱਕ ਦੇਸ਼ ਨੂੰ ਲੈ ਕੇ ਜੋ ਇੱਕ ਪੋਰਟਰੇਟ ਕਰ ਦਿੱਤਾ ਹੋਇਆ ਸੀਗਾ, ਉੱਦਾਂ ਦਾ ਗੁਰੂ ਨਾਨਕ ਦੇਵ ਜੀ ਦਾ ਅੱਜ ਵੀ ਚੱਲ ਰਿਹਾ, ਉਹੀ ਲੀਕ ਦੇ ਉੱਤੇ ਅਸੀਂ ਚੱਲ ਰਹੇ ਹਾਂ। ਪਰ ਮੈਨੂੰ ਇੱਦਾਂ ਲੱਗਦਾ ਕਿ 2047 ਦੇ ਵਿੱਚ ਜਿਹੜਾ ਹੈਗਾ ਉਹ ਪ੍ਰੋਪਰ ਡਿਸਪਲੇ ਹੋ ਕੇ ਆ ਜਾਏਗਾ ਕਿ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈਗਾ ਕਿ ਅਸੀਂ ਜਿਹੜੀ ਨਾਰੀ ਹੈ ਉਹ ਇਕੁਅਲ ਇੰਪੋਰਟੈਂਟ ਹੈ। ਅੱਜ ਉਹ ਅਸੀਂ ਪਹੁੰਚ ਰਹੇ ਹਾਂ ਉੱਥੇ ਤੱਕ। ਹਾਂ, ਥੋੜਾ ਬਹੁਤਾ ਹੈ, ਡਰਾਬੈਕਸ ਆ ਰਹੇ ਹੈ, ਪਰ ਜਿਸ ਤਰ੍ਹਾਂ ਨਾਰੀ ਦੀ ਸਪੀਡ ਵੱਧ ਰਹੀ ਹੈ ਨਾ, ਅੱਗੇ ਜਾ ਰਹੀ ਹੈ, ਉਹ ਆਪਣੇ ਆਪ ਨੂੰ ਇੰਨਾ ਕੁ ਕਾਬਿਲ ਕਰ ਦੇਗੀ ਕਿ ਉਹਦੀ ਕੋਈ ਕਿਸੇ ਤਰ੍ਹਾਂ ਦੀ ਵੀ ਬੇਅਦਬੀ ਉਹਨੂੰ ਨੀਚਾ ਨਹੀਂ ਡਿਗਾਏਗੀ, ਸਗੋਂ ਉਹਨੂੰ ਉੱਤੇ ਹੀ ਲੈ ਕੇ ਜਾਏਗੀ। ਤੇ ਜੇ ਮੈਂ ਕਹਾਂ ਕਿ ਆਤਮ ਨਿਰਭਰ ਇੰਡੀਆ ਦੀ, ਤਾਂ ਜੇ ਮਤਲਬ ਹੁਣ ਜਿਸ ਤਰ੍ਹਾਂ ਇੰਡੀਆ ਚੱਲ ਰਿਹਾ ਹੈ, ਜੇ ਥੋੜਾ ਜਿਹਾ ਭ੍ਰਿਸ਼ਟਾਚਾਰ ਘਟ ਜਾਵੇ ਤੇ ਥੋੜੇ ਜਿਹੇ ਜਿਹੜੇ ਯੁਵਾ ਪੀੜ੍ਹੀ ਹੈਗੀ ਉਹ ਥੋੜਾ ਜਿਹਾ ਹੋਰ ਆਪਣੇ ਆਪ ਨੂੰ ਇੰਪਰੋਵਾਈਜ਼ ਕਰੇ ਤੇ ਆਪਣੇ ਡਰਾਬੈਕਸ ਦੇ ਉੱਤੇ ਵਰਕ ਕਰੇ, ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਉਚਾਈਆਂ ਛੂਹਾਂਗੇ ਅੱਗੇ ਜਾ ਕੇ।
ਬਹੁਤ ਬਹੁਤ ਥੈਂਕ ਯੂ। ਬਹੁਤ ਹੀ ਵਧੀਆ ਗੱਲ ਕਹੀ ਇਹਨਾਂ ਨੇ। ਗੁਰਬਾਣੀ ਦਾ ਕਥਨ ਹੈ ਕਿ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ। ਸੋ ਨਾਰੀ ਦੀ ਪ੍ਰੇਜ਼ ਪੁਰਾਣੇ ਸਮੇਂ ਤੋਂ ਕੀਤੀ ਜਾ ਰਹੀ ਹੈ ਤੇ ਲੇਕਿਨ ਭਾਰਤ ਜਿਹੜਾ ਹੈ, ਅੱਜ ਦੇ ਟੌਪਿਕ ਨੂੰ ਲੈ ਕੇ ਗੱਲ ਕਰਦੇ ਹਾਂ ਤਾਂ ਟੈਕਨੋਲੋਜੀ ਦੇ ਵਿੱਚ ਵੀ ਅਸੀਂ ਅੱਗੇ ਜਾਣਾ ਹੈ। ਟੈਕਨੋਲੋਜੀ ਨੂੰ ਲੈ ਕੇ ਕਾਫੀ ਚੀਜ਼ਾਂ ਦੀ, ਜੇਕਰ ਆਪਾਂ ਕਰੋਨਾ ਟਾਈਮ ਦੀ ਗੱਲ ਕਰਦੇ ਹਾਂ ਤਾਂ 2 ਵੈਕਸੀਨੇਸ਼ਨ ਜਿਹੜੀਆਂ ਨੇ ਇੰਡੀਆ ਦੇ ਵਿੱਚ ਇਜਾਦ ਹੋਈਆਂ ਨੇ। ਕਾਫੀ ਸਾਰੇ ਜਿਹੜੇ ਡਿਵੈਲਪਡ ਕੰਟਰੀ ਨੇ ਜਾਂ ਡਿਵੈਲਪਿੰਗ ਕੰਟਰੀਜ਼ ਨੇ ਉਹਨਾਂ ਨੇ ਉਹਨਾਂ ਵੈਕਸੀਨੇਸ਼ਨ ਨੂੰ ਇਸਤੇਮਾਲ ਵੀ ਕੀਤਾ। ਸੋ ਟੈਕਨੋਲੋਜੀ ਨੂੰ ਲੈ ਕੇ ਗੱਲ ਕਰਦੇ ਹਾਂ। ਇੱਕ ਹੋਰ ਸਾਡੇ ਨਾਲ ਸਟੂਡੈਂਟ ਮੌਜੂਦ ਨੇ, ਇਹਨਾਂ ਤੋਂ ਜਾਣਦੇ ਹਾਂ ਕੀ ਨਾਮ ਹੈ ਜੀ ਤੁਹਾਡਾ? ਨਵਜੋਤ ਕੌਰ। ਨਵਜੋਤ, ਕੀ ਕਹਿਣਾ ਚਾਹੋਗੇ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਟੈਕਨੋਲੋਜੀ ਦੇ ਪੱਖੇ ਕਿੱਥੇ ਤੱਕ ਜਾ ਸਕਦਾ ਹੈ ਤੇ ਤੁਹਾਡੇ ਕੀ ਵਿਚਾਰ ਨੇ ਕਿ ਕਿਹੜੀ ਨਵੀਂ ਟੈਕਨੋਲੋਜੀ ਦੇ ਉੱਤੇ ਭਾਰਤ ਨੂੰ ਕੰਮ ਕਰਨ ਦੀ ਜ਼ਰੂਰਤ ਹੈ? ਟੈਕਨੋਲੋਜੀ ਤੇ ਅਗਰ ਅਸੀਂ ਦੇਖੀਏ ਕਿ ਵੈਕਸੀਨੇਸ਼ਨ ਜਿਵੇਂ ਕਿ ਆਈ ਹੈ, ਬਹੁਤ ਯੂਥ ਵੀ ਇਦਾਂ ਦਾ ਹੈ ਕਿ ਉਹ ਵੈਕਸੀਨੇਸ਼ਨ ਨਹੀਂ ਕਰਵਾ ਰਿਹਾ, ਜੋ ਕਿ ਮੈਨੂੰ ਲੱਗਦਾ ਹੈ ਕਿ ਗਲਤ ਹੈ। ਵੈਕਸੀਨੇਸ਼ਨ ਬਹੁਤ ਵਧੀਆ ਚੀਜ਼ ਹੈ ਕਿ ਸਾਨੂੰ ਕਰਵਾਉਣੀ ਚਾਹੀਦੀ ਹੈ। ਅਸੀਂ ਦੇਖੀਏ ਅਗਰ ਕਿ ਜਿਵੇਂ ਗਵਰਨਮੈਂਟ ਸਕੂਲਸ ਪਹਿਲਾਂ ਹੁੰਦੇ ਸੀਗੇ ਕਿ ਉੱਥੇ ਟੈਕਨੋਲੋਜੀ ਸਿਰਫ ਇੱਕ ਸਕੂਲਸ ਹੁੰਦੇ ਸੀਗੇ ਤੇ ਹੁਣ ਅਗਰ ਦੇਖੀਏ ਕਿ ਹਰੇਕ ਵਿੱਚ ਸਮਾਰਟ ਬੋਰਡਸ ਆ ਗਏ ਆ, ਉਹਨੂੰ ਹੁਣ ਬੱਚਿਆਂ ਨੂੰ ਜਿੱਦਾਂ ਕਿ ਵੀਡੀਓਜ਼ ਵਗੈਰਾ ਦਿਖਾ ਕੇ ਉਹਨਾਂ ਨੂੰ ਕਾਫੀ ਜ਼ਿਆਦਾ ਬੱਚਿਆਂ ਵਿੱਚ ਨੌਲੇਜ ਦਿੱਤੀ ਜਾਂਦੀ ਹੈ। ਸਿਰਫ ਪੜ੍ਹਾ ਕੇ ਨਹੀਂ, ਉਹਨਾਂ ਨੂੰ ਵੀਡੀਓਜ਼ ਦਿਖਾ ਕੇ ਉਹਨਾਂ ਵਿੱਚ ਬਹੁਤ ਸਾਰੀ ਐਕਟੀਵਿਟੀਜ਼ ਕਰਵਾਈ ਜਾਂਦੀਆਂ ਤੇ ਹੁਣ ਬੱਚੇ ਅੱਗੇ ਨਾਲੋਂ ਕਾਫੀ ਜ਼ਿਆਦਾ ਵਧੀਆ ਤਰੀਕੇ ਨਾਲ ਸਿੱਖ ਰਹੇ ਨੇ। ਜੀ, ਸਾਡੇ ਨਾਲ ਇੱਕ ਹੋਰ ਸਟੂਡੈਂਟ ਮੌਜੂਦ ਨੇ। ਐਜੂਕੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਕ ਚੀਜ਼ ਹੁੰਦੀ ਹੈ ਕਿ ਹਰ ਪੱਖੋਂ ਇੰਡੀਆ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਜੇਕਰ ਅਸੀਂ ਪਿਛੋਕੜ ਤੋਂ ਭਾਵ ਕਿ ਅਸੀਂ ਜਿਹੜੇ ਆ ਸਾਡੇ ਜੜ੍ਹਾਂ ਨੇ ਜੇਕਰ ਉਹ ਮਜ਼ਬੂਤ ਨਹੀਂ ਹੋਣਗੀਆਂ ਤਾਂ ਅਸੀਂ ਉੱਪਰੋਂ ਸਾਡੀ ਜਿਹੜੀ ਪੂਰੀ ਬਿਲਡਿੰਗ ਹੈ ਉਹ ਮਜ਼ਬੂਤ ਨਹੀਂ ਹੋ ਸਕਦੀ। ਸੋ ਜੜ੍ਹਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਅਜੇ ਵੀ ਸਾਡੇ ਰੂਰਲ ਏਰੀਆਜ਼ ਜਾਂ ਅਸੀਂ ਪਿੰਡਾਂ ਦੇ ਨਾਲ ਜੁੜੀਆਂ ਹੋਈਆਂ ਨੇ। ਸੋ ਪਿੰਡਾਂ ਨੂੰ ਡਿਵੈਲਪ ਕਰਨ ਦੇ ਲਈ, ਪਿੰਡਾਂ ਦੀ ਸੰਸਕ੍ਰਿਤੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕੁਝ ਵਿਚਾਰ ਹੋਣਗੇ ਕਿਸ ਤਰੀਕੇ ਨਾਲ ਅਸੀਂ ਆਪਣੇ ਪਿੰਡਾਂ ਨੂੰ ਡਿਵੈਲਪ ਕਰੀਏ, ਅਸੀਂ ਰੂਰਲ ਏਰੀਆ ਨੂੰ ਡਿਵੈਲਪ ਕਰੀਏ ਤਾਂ ਹੋਰ ਅੱਗੇ ਵਧ ਸਕਦੇ ਹਾਂ। ਅੰਮ੍ਰਿਤ ਭਾਟੀਆ ਜੀ। ਅੰਮ੍ਰਿਤ ਜੀ, ਸਰ ਜਿਵੇਂ ਤੁਸੀਂ ਕਹਿ ਰਹੇ ਉਹਦੇ ਲਈ ਸਰ ਜਿੱਦਾਂ ਜਿਹੜੀ ਸਰ ਗ੍ਰਾਮ ਪੰਚਾਇਤ ਆ ਉਹਨੂੰ ਇਹ ਮੁੱਦਾ ਚੱਕਣਾ ਚਾਹੀਦਾ, ਉਹਨੂੰ ਦੇਖਣਾ ਚਾਹੀਦਾ ਕਿ ਜਿਹੜੇ ਸਾਡੇ ਪਿੰਡ ਆ ਉਹਦੇ ਵਿੱਚ ਕਿੰਨੇ ਇਲਿਟਰੇਟ ਬੱਚੇ ਪਏ ਆ, ਫਿਰ ਉਹਨਾਂ ਦੀ ਉਹ ਸਰਵੇ ਕਰਨ, ਉਹਨਾਂ ਦੀ ਅੱਛੀ ਤਰ੍ਹਾਂ ਇਨਰੋਲਮੈਂਟ ਕਰਨ, ਉਹ ਕਿਹੜੀ ਕਲਾਸ ਦੇ ਵਿੱਚ ਉਹ ਲੱਗ ਸਕਦੇ ਆ। ਦੇਖੋ 8ਵੀਂ ਕਲਾਸ ਤੱਕ ਦੀ ਤਾਂ ਸਿੱਖਿਆ ਗਵਰਨਮੈਂਟ ਵੀ ਫ੍ਰੀ ਕੀਤੀ ਪਈ ਆ ਤਾਂ ਉਹ ਤਾਂ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਫਰਦਰ ਸਟੱਡੀਜ਼ ਲਈ ਵੀ ਗਵਰਨਮੈਂਟ ਨੂੰ ਕੁਝ ਕਰਨਾ ਚਾਹੀਦਾ ਕਿਉਂਕਿ ਆਪਾਂ ਦੇਖ ਸਕਦੇ ਹਾਂ ਕਿ ਰੂਰਲ ਏਰੀਆ ਦੇ ਵਿੱਚ ਜਿਹੜੇ ਕਾਲਜਿਸ ਆ ਜਾਂ ਸਕੂਲਸ ਆ ਉਹ ਕਾਫੀ ਹੱਦ ਤੱਕ ਮਤਲਬ ਐਫੀਲੀਏਟਡ ਹੈਗੇ ਨੇ, ਲੇਕਿਨ ਜਿਹੜੇ ਪਿੰਡਾਂ ਦੇ ਸਕੂਲਸ ਆ ਉਹ ਇੰਨੇ ਐਫੀਲੀਏਟਡ ਨਹੀਂ ਆ। ਨਾਲੇ ਉਹ ਕਈ ਸਕੂਲ ਇੱਦਾਂ ਕਿ ਐਲੀਮੈਂਟਰੀ ਤੱਕ ਹੀ ਰਹਿ ਜਾਂਦੇ ਆ, ਸੈਕੰਡਰੀ ਤੱਕ ਨਹੀਂ ਪਹੁੰਚ ਪਾਉਂਦੇ। ਉਹ ਚੀਜ਼ ਦੇਖਣੀ ਚਾਹੀਦੀ ਗਵਰਨਮੈਂਟ ਨੂੰ। ਮੇਰੇ ਖਿਆਲ ਗ੍ਰਾਮ ਪੰਚਾਇਤ ਨੂੰ ਹੀ ਇਸ ਚੀਜ਼ ਦਾ ਮੁੱਦਾ ਚੱਕਣਾ ਚਾਹੀਦਾ ਹੈ। ਅੰਮ੍ਰਿਤ ਦਾ ਕਹਿਣਾ ਹੈ ਕਿ ਜਿਹੜੀ ਐਜੂਕੇਸ਼ਨ ਹੈ ਉਹ ਸਕਸੈਸ ਦੀ ਕੀ ਹੁੰਦੀ ਹੈ। ਸੋ ਜੇਕਰ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਤਾਂ ਐਜੂਕੇਟ ਹੋਣਾ ਬਹੁਤ ਜ਼ਰੂਰੀ ਹੈ। ਸੋ ਕੈਂਪਸ ਦੇ ਵਿੱਚ ਅੱਜ ਅਸੀਂ ਆਏ ਸੀ ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਜਲੰਧਰ ਵਿਖੇ, ਬੱਚਿਆਂ ਦੇ ਵਿਚਾਰ ਸੁਣੇ, ਆਜ਼ਾਦੀ ਦੇ ਮਹਾਉਤਸਵ ਨੂੰ ਲੈ ਕੇ ਵੱਖ-ਵੱਖ ਟੌਪਿਕਸ ਨੂੰ ਲੈ ਕੇ ਗੱਲਬਾਤ ਹੋਈ। ਇਸੇ ਤਰ੍ਹਾਂ ਅਗਲੀ ਕੜੀ ਦੇ ਵਿੱਚ ਅਸੀਂ ਤੁਹਾਨੂੰ ਇੱਕ ਨਵੇਂ ਕਾਲਜ ਦੇ ਵਿੱਚ ਮਿਲਾਂਗੇ। ਤਦ ਤੱਕ ਲਈ ਦਿਓ ਸਾਨੂੰ ਇਜਾਜ਼ਤ। ਮੈਂ ਵਿਪਨ ਸੁਮਨ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜੁੜਿਆ ਸੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ।